मोदी सरकार पंजाबी भाषा के पिछे पै गए ने कि पंजाबी बंद कराओ। कि ਆਪਾਂ ਆਪਣੇ ਦੇਸ਼ ਦੇ ਵਿੱਚ ਹੀ ਇੱਕ ਚੰਗੇ ਨੇਤਾ ਬਣ ਕੇ ਉੱਭਰ ਗਏ ਤਾਂ ਜੋ ਮੋਦੀ ਵਰਗਿਆਂ ਨੂੰ ਆਪਾਂ ਢਾਹ ਕੇ ਥੱਲੇ ਲਿਆ ਸਕੀਏ। जानी कि मोदी नूं तां जल्दी ही कुर्सी तो खत्म करे परमात्मा तो शायद असीं कोई आस करिए। ਕੰਗਣਾ ਰਣੌਤ ਆ ਉਹ ਕੀ ਦੁੱਖ ਜਾਣਦੀ ਆ ਸਾਡੇ ਭੈਣਾਂ ਦਾ ਸਾਡੀਆਂ ਮਾਤਾਵਾਂ ਦਾ। ਉਹ ਇੱਕ ਦਿਨ ਇੱਥੇ ਆ ਕੇ ਨਹੀਂ ਸਾਡੇ ਨਾਲ ਬਹਿ ਸਕਦੀ। ਉਹਨੇ ਜਿੰਨੇ ਵੀ ਪੈਸੇ ਲੈਣੇ ਸਾਡੇ ਤੋਂ ਲੈ ਲਵੇ, ਇੱਥੇ ਆ ਕੇ ਇੱਕ ਦਿਨ ਕੱਟੇ ਤਾਂ ਸਹੀ ਸਾਡੇ ਨਾਲ। ਕੰਗਣਾ ਰਣੌਤ ਤਾਂ ਉਹ ਸਿਰਫ ਏਸੀ ਦੇ ਥੱਲੇ ਬਹਿਣ ਵਾਲੀ ਹੈ, ਉਹ ਰੂਮ ਹੀਟਰਾਂ ਦੇ ਥੱਲੇ ਪੜਨ ਵਾਲੀ ਹੈ। ਉਹਨੂੰ ਕੀ ਪਤਾ ਕਿ ਲੋਕਾਂ ਦੇ ਦੁੱਖ ਕੀ ਆ। मेरे नाल जिद्दां असीं गलबात करते हैं बजुर्गों के नाल, बीबियां दे नाल ते नौजवान दे नाल ते हुण इत्थे बच्चे भी जिहड़े ओह पहुंचे होए ने। सो आपां गलबात करते हैं। सत श्री अकाल जी। सत श्री अकाल। बहुत की बहुत नाम? धन्यवाद आप जी के चैनल का जिहड़ा आप जी इत्थे पहुंचे जी। वाह जी वाह, मेरे कहने तो पहले ही इन्होंने कहता। सो इत्थे पहुंचे हो किन्ने दिन हो गए ने, की नाम है तुहाडा, किन्नी उम्र है? देखो मेरा नाम गुरसेवक सिंह है, मेरी उम्र 13 साल है, 7वीं जमात ਦੇ ਵਿੱਚ ਮੈਂ ਪੜ੍ਹਦਾ ਹਾਂ ਤੇ ਪੰਜਾਬ ਤੋਂ ਅਸੀਂ ਆਏ ਹਾਂ ਜੀ। पंजाब तो आए किन्ने दिन हो गए ने इत्थे आए? ਇੱਥੇ ਆਇਆਂ ਨੂੰ ਸਾਨੂੰ ਇਸ ਸਮੇਂ 10-11 ਦਿਨ ਹੋ ਚੁੱਕੇ ਨੇ ਇੱਥੇ ਆਇਆਂ ਨੂੰ, ਜਿੱਦਾਂ ਤੋਂ ਇਹ ਧਰਨਾ ਚੱਲ ਰਿਹਾ ਉਦੋਂ ਤੋਂ। ਜੀ ਅਤੇ ਕੀ ਲੱਗਦਾ ਆ ਕਿ ਤੁਹਾਨੂੰ ਅੱਜ ਸਰਕਾਰਾਂ ਦਾ ਫੈਸਲਾ ਜਿਹੜਾ ਆ ਆਉਣਾ ਆ, ਸ਼ਾਮ ਨੂੰ ਮੀਟਿੰਗ ਆ ਤੇ ਪਿਛਲੀਆਂ ਮੀਟਿੰਗਸ ਵੀ ਜਿਹੜੀਆਂ ਨੇ ਉਹ ਬੇਸਿੱਟਾ ਨਿਕਲੀਆਂ ਨੇ, ਤੇ ਕੀ ਲੱਗਦਾ ਆ ਕਿ ਸਰਕਾਰਾਂ ਦਾ ਰਵੱਈਆ ਇਹ ਚੰਗਾ ਆ? ਦੇਖੋ ਮੀਟਿੰਗਾਂ ਜਿਹੜਾ ਸਰਕਾਰਾਂ ਦਾ ਰਵੱਈਏ ਦੀ ਤੁਸੀਂ ਗੱਲ ਕੀਤੀ, ਸਰਕਾਰਾਂ ਦਾ ਰਵੱਈਆ ਬਹੁਤ ਖਰਾਬ ਹੈ। ਮੀਟਿੰਗਾਂ ਹੁੰਦੀਆਂ ਆ ਰਹੀਆਂ ਨੇ, ਹੁੰਦੀਆਂ ਰਹਿਣਗੀਆਂ, ਲੇਕਿਨ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਸਰਕਾਰ ਕਿਤੇ ਨਾ ਕਿਤੇ ਆਪਣਾ ਜ਼ੁਲਮ ਜਿਹੜਾ ਵਾ ਉਹ ਸਾਡੇ ਉੱਪਰ ਢਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੀ। ਤੇ ਜਿੱਦਾਂ ਹੁਣ ਤੁਸੀਂ ਚਲੋ ਖੁਦ ਵੀ ਸੋਸ਼ਲ ਮੀਡੀਆ ਯੂਜ਼ ਕਰਦੇ ਹੀ ਹੋਵੋਗੇ ਤੇ ਕੰਗਣਾ ਦੇ ਬੜੇ ਗਲਤ ਬਿਆਨ ਆ ਰਹੇ ਨੇ ਟਵਿੱਟਰ ਤੇ। ਤੁਹਾਨੂੰ ਤੁਸੀਂ ਦੇਖਿਆ ਹੋਵੇਗਾ ਕਿ ਬੜੀਆਂ ਗਲਤ ਜਿਹੜੀਆਂ ਪੋਸਟਾਂ ਨੇ ਉਹ ਪੰਜਾਬੀਆਂ ਦੇ ਲਈ ਅਪਲੋਡ ਕਰ ਰਹੀਆਂ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਜਿਹੜੀ ਕੰਗਣਾ ਰਣੌਤ ਆ ਉਹ ਕੀ ਦੁੱਖ ਜਾਣਦੀ ਆ ਸਾਡੇ ਭੈਣਾਂ ਦਾ ਸਾਡੀਆਂ ਮਾਤਾਵਾਂ ਦਾ। ਉਹ ਇੱਕ ਦਿਨ ਇੱਥੇ ਆ ਕੇ ਨਹੀਂ ਸਾਡੇ ਨਾਲ ਬਹਿ ਸਕਦੀ। ਉਹਨੇ ਜਿੰਨੇ ਵੀ ਪੈਸੇ ਲੈਣੇ ਸਾਡੇ ਤੋਂ ਲੈ ਲਵੇ, ਇੱਥੇ ਆ ਕੇ ਇੱਕ ਦਿਨ ਕੱਟੇ ਤਾਂ ਸਹੀ ਸਾਡੇ ਨਾਲ। ਸੋ ਇਹ ਚੀਜ਼ ਸੋਚਣ ਵਾਲੀ ਹੈ। ਕੰਗਣਾ ਰਣੌਤ ਤਾਂ ਉਹ ਸਿਰਫ ਏਸੀ ਦੇ ਥੱਲੇ ਬਹਿਣ ਵਾਲੀ ਹੈ, ਉਹ ਰੂਮ ਹੀਟਰਾਂ ਦੇ ਥੱਲੇ ਪੜਨ ਵਾਲੀ ਹੈ। ਉਹਨੂੰ ਕੀ ਪਤਾ ਕਿ ਲੋਕਾਂ ਦੇ ਦੁੱਖ ਕੀ ਆ। ਸੋ ਇਹ ਅੰਬੀਰ ਬਿਰਲਾ, ਟਾਟਾ, ਡਾਲਮੀਆਂ, ਬਾਟਾ ਦੇ ਜਿਹੜੇ ਚਮਚੇ ਆ, ਇਹਨਾਂ ਨੂੰ ਅਸੀਂ ਜ਼ਰੂਰ ਆਪਣੇ ਦੇਸ਼ 'ਚੋਂ ਭਜਾਵਾਂਗੇ ਤੇ ਇਹਨਾਂ ਦਾ ਬਾਈਕਾਟ ਵੀ ਕਰਾਂਗੇ ਜੀ। ਤੇ ਬਾਈਕਾਟ ਤਾਂ ਤੁਸੀਂ ਕਹਿ ਰਹੇ ਹੋ ਕਿ ਬਾਈਕਾਟ ਕਰਾਂਗੇ ਤੁਸੀਂ। ਹੁਣ ਜਿੱਦਾਂ ਅੱਗੇ ਸਾਡੀ ਜਿਹੜੀ ਯੂਥ ਆ ਉਹ ਰੀੜ੍ਹ ਦੀ ਹੱਡੀ ਆ ਸਾਡੇ ਪੰਜਾਬ ਦੀ, ਸਾਡੇ ਦੇਸ਼ ਦੀ। ਤੇ ਜਿਹੜਾ ਯੂਥ ਆ ਤੁਹਾਨੂੰ ਲੱਗਦਾ ਹੈ ਕਿ ਆਪਾਂ ਬੜੀ ਗੱਲ ਸੁਣਦੇ ਆ, ਤੁਸੀਂ ਵੀ ਸੁਣੀ ਹੋਏਗੀ ਕਿ ਨਸ਼ੇ ਦੇ ਵਿੱਚ ਆ ਸਾਡੇ ਪੰਜਾਬੀ, ਤਾਂ ਸਾਰਾ ਨਸ਼ੇ 'ਚ ਸਾਡੇ ਪੰਜਾਬ ਦੇ ਲੋਕ ਕਹਿਣ ਇਹ ਗੱਲ ਅਸੀਂ ਮੰਨ ਸਕਦੇ ਹਾਂ, ਪਰ ਜੇ ਕੋਈ ਬਾਹਰਲੀ ਸਟੇਟ ਦਾ ਬੰਦਾ ਆ ਕੇ ਸਾਨੂੰ ਇਹ ਗੱਲ ਕਵੇ ਉਹ ਸਾਨੂੰ ਮਨਜ਼ੂਰ ਨਹੀਂ। ਇਸ ਤੋਂ ਪਹਿਲਾਂ ਦੂਸਰੀ ਗੱਲ ਇਹ ਕਿ ਪੰਜਾਬ ਦੇ ਨੌਜਵਾਨਾਂ ਲਈ ਇਹਨਾਂ ਬੜੇ ਪਲਾਨ ਸੋਚੇ ਵੀ ਇਹਨਾਂ ਨੂੰ ਨਸ਼ਿਆਂ ਦੇ ਲਾ ਲਵਾਂਗੇ ਜਾਂ ਕਿਵੇਂ ਕਰ ਲਵਾਂਗੇ, ਪਰ ਪੰਜਾਬ ਦੇ ਨੌਜਵਾਨ ਇਸ ਸਮੇਂ ਜਾ ਕੇ ਜਿਹੜਾ ਨਸ਼ਿਆਂ ਨੂੰ ਛੱਡ ਕੇ ਉਹ ਇਸ ਸਮੇਂ ਚੰਗੀ ਲਹਿਰ ਵੱਲ ਜਾ ਰਹੇ ਆ। ਇਸ ਸਮੇਂ ਉਹ ਦੇਸ਼ ਦੀ ਕ੍ਰਾਂਤੀ ਦੇ ਲਈ, ਆਪਣੇ ਕਿਸਾਨਾਂ ਦੇ ਲਈ, ਮਜ਼ਦੂਰਾਂ ਦੇ ਲਈ, ਆਪਣੇ ਹੱਕਾਂ ਦੇ ਲਈ ਸੜਕਾਂ ਦੇ ਨੇ। ਸੋ ਇਹ ਚੀਜ਼ ਸੋਚਣ ਵਾਲੀ ਹੈ। ਤੇ ਇੰਨੇ ਦਿਨਾਂ ਤੋਂ ਇਹ ਧਰਨਾ ਚੱਲ ਰਿਹਾ, ਪੰਜਾਬ ਦੇ ਵਿੱਚ ਵੀ ਤੁਸੀਂ ਧਰਨੇ ਤੇ ਸੀਗੇ? ਜੀ ਜ਼ਰੂਰ ਜੀ। ਤੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਹੋ? ਮੇਰੇ ਫਾਦਰ ਸਾਹਿਬ ਕਿਸਾਨ ਨੇ ਜੀ। ਕਿਸਾਨ ਨੇ। ਤੇ ਤੁਸੀਂ ਕਦੇ ਖੇਤਾਂ ਦੇ ਵਿੱਚ ਕੰਮ ਕੀਤਾ ਆ, ਉਹਨਾਂ ਦੀ ਮਦਦ ਕੀਤੀ ਹੈ? ਜੀ ਬਿਲਕੁਲ ਜੀ। ਤੇ ਅੱਗੇ ਹੁਣ ਤੁਸੀਂ ਪੜ੍ਹ ਵੀ ਰਹੇ ਹੋ ਹਨਾ, ਤੇ ਅੱਗੇ ਕੀ ਸੋਚਿਆ ਆ ਕਿ ਕਿਸਾਨੀ ਦੇ ਵਿੱਚ ਹੀ ਜਾਣਾ ਆ? ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਸਾਡੇ ਪੰਜਾਬ ਦੇ ਹਾਲਾਤ ਦੇਖ ਕੇ ਜਾਂ ਫਿਰ ਇੰਡੀਆ ਦੇ ਹਾਲਾਤ ਦੇਖ ਕੇ ਕਿ ਨੌਕਰੀਆਂ ਨਹੀਂ ਮਿਲ ਰਹੀਆਂ ਹੈਗੀਆਂ ਬੱਚਿਆਂ ਨੂੰ, ਤੇ ਪੜ੍ਹੇ ਲਿਖੇ ਜਿਹੜੇ ਬੱਚੇ ਨੇ ਉਹ ਹੁਣ ਵਿਹਲੇ ਬੈਠੇ ਨੇ, ਬਾਹਰ ਦਾ ਰੁੱਖ ਕਰ ਰਹੇ ਨੇ, ਤੇ ਕੀ ਲੱਗਦਾ ਇਹਦੇ ਬਾਰੇ? ਦੇਖੋ ਬਾਹਰ ਦਾ ਰੁੱਖ ਕਰਨੋਂ ਵਧੀਆ ਵਾ ਕਿ ਆਪਾਂ ਆਪਣੇ ਦੇਸ਼ ਦੇ ਵਿੱਚ ਹੀ ਇੱਕ ਚੰਗੇ ਨੇਤਾ ਬਣ ਕੇ ਉੱਭਰ ਗਏ ਤਾਂ ਜੋ ਮੋਦੀ ਵਰਗਿਆਂ ਨੂੰ ਆਪਾਂ ਢਾਹ ਕੇ ਥੱਲੇ ਲਿਆ ਸਕੀਏ ਤੇ ਆਪ ਉਸ ਰਾਜਗੱਦੀ ਤੇ ਬਹਿ ਕੇ ਤੇ ਆਪਣੇ ਲੋਕਾਂ ਦਾ ਭਲਾ ਕਰ ਸਕੀਏ ਜੀ। ਤੁਸੀਂ ਕਿਹਾ ਕਿ ਬਈ ਨੇਤਾ ਜਿਹੜੇ ਬਣਨ, ਸਾਡਾ ਯੂਥ ਆ ਉਹ ਅੱਗੇ ਆਵੇ, ਤੇ ਤੁਹਾਨੂੰ ਲੱਗਦਾ ਨਹੀਂ ਆ ਕਿ ਅਸੀਂ ਜਿੰਨੇ ਵੀ ਸਰਕਾਰਾਂ ਜਿਹੜੀਆਂ ਬਣੀਆਂ ਨੇ ਹਜੇ ਤੱਕ ਅਸੀਂ ਨੇਤਾ ਚੁਣੇ ਨੇ, ਤੇ ਕੀ ਲੱਗਦਾ ਹੈ ਕਿ ਜਦ ਤੱਕ ਸਰਕਾਰ ਨਹੀਂ ਬਣਦੀ ਉਦੋਂ ਤੱਕ ਤਾਂ ਬਹੁਤ ਵੱਡੇ ਵੱਡੇ ਵਾਅਦੇ ਹੁੰਦੇ ਨੇ, ਪਰ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਸਾਰੇ ਵਾਅਦਿਆਂ ਤੋਂ ਮੁੱਕਰ ਜਾਂਦੇ ਨੇ, ਕਿਉਂ? ਦੇਖੋ ਇੱਥੇ ਕੋਈ ਨਾ ਕੋਈ ਤਾਂ ਕਾਨੂੰਨ ਪਾਸ ਹੋਣਾ ਚਾਹੀਦਾ। ਇਹ ਤਾਂ ਸਾਡੀ ਲੰਮੇ ਸਮੇਂ ਦੀ ਮੰਗ ਹੈ ਕਿ ਜਿੰਨੀਆਂ ਵੀ ਸਰਕਾਰਾਂ ਨੇ ਚੋਣ ਮੈਨੀਫੈਸਟੋ 'ਚ ਵਾਅਦੇ ਕਰਕੇ ਬਾਅਦ ਦੇ ਵਿੱਚ ਮੁੱਕਰ ਜਾਂਦੀਆਂ, ਭੱਜ ਜਾਂਦੀਆਂ ਨੇ, ਪਰ ਇਸ 'ਤੇ ਕੋਈ ਕਾਨੂੰਨ ਬਣਨਾ ਚਾਹੀਦਾ। ਸੋ ਪੰਜਾਬ ਦੇ ਕਿਸਾਨ ਜਾਗਦੇ ਨੇ, ਪੰਜਾਬ ਦੇ ਲੋਕ ਜਾਗਦੇ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਹ ਨੇਤਾਵਾਂ ਨੂੰ ਚੁਣਨ ਦੀ ਲੋੜ ਹੈ ਜਿਹੜੇ ਚੰਗੇ ਤੇ ਵਧੀਆ ਤੇ ਦੇਸ਼ ਦਾ ਕਲਿਆਣ ਕਰਨ ਵਾਲੇ ਰਾਜਨੇਤਾਵਾਂ ਹੋਣ ਜੀ।
ਬਹੁਤ ਬਹੁਤ ਸ਼ੁਕਰੀਆ। ਤੇ ਮੇਰੇ ਨਾਲ ਇੱਥੇ ਹੋਰ ਵੀ ਜਿਹੜੇ ਬਜ਼ੁਰਗ ਵੀ ਮੌਜੂਦ ਨੇ, ਨੌਜਵਾਨ ਵੀ ਮੌਜੂਦ ਨੇ, ਤੇ ਇੱਥੇ ਜਿਹੜੇ ਨੇ ਇੱਕ ਲੇਡੀਜ਼ ਮੌਜੂਦ ਵੀ ਨੇ। ਮਤਲਬ ਬਜ਼ੁਰਗ ਸਾਡੇ ਜਿਹੜੇ ਆ ਉਹ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਜਾਰੀ ਨੇ, ਕੋਸ਼ਿਸ਼ਾਂ ਉਹਨਾਂ ਦੀਆਂ ਜਾਰੀ ਨੇ। ਤੇ ਉੱਥੇ ਸਾਡੀਆਂ ਮਾਤਾਵਾਂ, ਭੈਣਾਂ, ਬੀਬੀਆਂ ਜਿਹੜੀਆਂ ਨੇ ਉਹ ਵੀ ਇਸ ਧਰਨੇ ਦੇ ਵਿੱਚ ਮੌਜੂਦ ਨੇ। ਸੋ ਮੈਂ ਇਹਨਾਂ ਨਾਲ ਗੱਲ ਕਰਨਾ ਚਾਹੂੰਗੀ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਹਰਮੇਸ਼ ਕੌਰ ਜੋਧੇ, ਲੈਕਚਰਰ ਪੰਜਾਬੀ, ਸਟੇਟ ਅਵਾਰਡੀ ਔਰ ਇੰਡੀਆ ਸਰਕਾਰ ਤੋਂ ਮਦਰ ਟਰੇਸਾ ਅਵਾਰਡੀ। ਅਸੀਂ ਇੱਥੇ ਆਏ ਆ, ਇੱਕ ਤਾਂ ਡੈਮੋਕ੍ਰੇਟਿਕ ਟੀਚਰ ਯੂਨੀਅਨ ਵੱਲੋਂ, ਤੇ ਦੂਸਰਾ ਸਾਡਾ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਹੈ ਜਿਹਦੇ ਪ੍ਰਧਾਨ ਨਿਰਮਲ ਕੋਟਲਾ ਜੀ ਨੇ, ਉਹ ਵੀ ਸਾਡੇ ਨਾਲ ਨੇ। ਤੇ ਅਸੀਂ ਵੀ ਇੱਥੇ ਕਿਸਾਨ ਭਰਾਵਾਂ ਦੀ ਹਮਾਇਤ ਦੇ ਲਈ ਆਏ ਆ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਪੰਜਾਬ ਦੇ ਵਿੱਚ ਸ਼ਾਇਦ ਲੋਕ ਸੌਂਗੇ ਨੇ। ਅਸੀਂ ਬਹੁਤ ਸਾਰੀ ਜਨਤਾ, ਮੈਡਮਾਂ ਸਾਰੇ ਕੱਲ ਇਕੱਠੇ ਹੋ ਕੇ ਇੱਥੇ ਪਹੁੰਚੇ ਆ, ਤੇ ਪੰਜਾਬ ਦੇ ਵਿੱਚ ਵੀ ਅਸੀਂ ਮੋਮਬੱਤੀਆਂ ਜਗਾ ਕੇ, ਬੀਬੀਆਂ ਨੂੰ ਲੈ ਕੇ, ਭਰਾਵਾਂ ਨੂੰ ਲੈ ਕੇ, ਸਕੂਲਾਂ ਦੇ ਬੱਚਿਆਂ ਨੂੰ ਲੈ ਕੇ, ਤੇ ਸਾਰੀ ਤਰ੍ਹਾਂ ਦੇ ਅਸੀਂ ਮਾਰਚ ਕੱਢ ਰਹੇ ਆ ਕਿ ਅਸੀਂ ਕਿਸਾਨਾਂ ਦਾ ਉਤਸ਼ਾਹ ਵਧਾ ਰਹੇ ਆ, ਹਮਾਇਤ ਦੇ ਰਹੇ ਆ, ਤਾਂ ਜੋ ਸਾਡੇ ਕਿਸਾਨ ਭਰਾ ਇਹ ਨਾ ਸਮਝਣ ਵੀ ਇੰਨੇ ਇੱਥੇ ਨੇ ਤੇ ਬਾਕੀ ਘਰ ਨੇ। ਬਾਕੀ ਕੋਈ ਇਹ ਨਾ ਸੋਚੇ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਫਿਕਰ ਨਹੀਂ ਹੈ। ਹਰ ਪੰਜਾਬੀ ਦਾ ਦਿਲ, ਮਨ ਇਸ ਵੇਲੇ ਜਿਹੜਾ ਇਸ ਧਰਨੇ ਤੇ ਲੱਗਾ ਹੋਇਆ ਹੈ। ਬੇਸ਼ੱਕ ਮਾਵਾਂ ਨੇ ਇਹ ਕਹਿ ਕੇ ਭੇਜ ਦਿੱਤਾ ਕਿ ਪੁੱਤਰੋ ਜਾਓ, ਤੇ ਪੁੱਤ ਫਤਿਹ ਬੁਲਾ ਆਏ ਨੇ, ਸਾਡੇ ਬਾਪੂ ਵੀ ਆਏ ਨੇ, ਪਰ ਫਿਰ ਵੀ ਇੱਕ ਮਾਂ ਦਾ ਜਿਹੜਾ ਦਿਲ ਹੁੰਦਾ, ਸਾਰਾ ਪੰਜਾਬ ਅਰਦਾਸਾਂ ਕਰ ਰਿਹਾ ਕਿ ਜਿੱਥੇ ਗਏ ਨੇ ਸਾਡੇ ਬੱਚੇ ਰਾਜੀ ਖੁਸ਼ੀ ਘਰਾਂ ਨੂੰ ਜਿਹੜੇ ਆ ਉਹ ਵਾਪਸ ਆਉਣ। ਪਰ ਇੱਕ ਗੱਲ ਪੱਕੀ ਹੈ ਕਿ ਭਾਵੇਂ ਇੱਥੇ 6 ਮਹੀਨੇ ਲੱਗ ਜਾਣ, ਚਾਹੇ ਇੱਥੇ 1 ਸਾਲ ਲੱਗ ਜਾਵੇ, ਅਸੀਂ ਸਾਡੇ ਭਰਾ, ਕਿਸਾਨ ਭਰਾ ਜਿਹੜੇ ਨੇ ਉਹ ਮੋਰਚੇ ਤੋਂ ਵਾਪਸ ਨਹੀਂ ਜਾਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ, ਜਦੋਂ ਤੱਕ ਖੇਤੀ ਬਿੱਲ ਵਾਪਸ ਨਹੀਂ ਹੁੰਦੇ। ਕਿਉਂਕਿ ਇਹ ਸਰਕਾਰ ਨੇ ਤਾਂ ਜਦੋਂ ਦੀ ਆਈ ਆ ਇੱਕ ਤਮਾਸ਼ਾ ਹੀ ਬਣਾ ਰੱਖਿਆ। ਇਹ ਥੋੜੇ ਦਿਨ ਹੋਏ ਸੀ ਅਜੇ ਮੋਦੀ ਸਰਕਾਰ ਬਣੀ ਨੂੰ, ਤੇ ਇੱਕ ਰੌਲਾ ਜਿਹਾ ਪੈ ਗਿਆ, ਕਹਿੰਦੇ ਆ ਜੀ ਪਾਕਿਸਤਾਨ ਨੇ ਹਮਲਾ ਕਰ ਦਿੱਤਾ। ਇੱਕਦਮ ਦਿਮਾਗ ਨੇ ਕੰਮ ਕੀਤਾ ਕਿ ਇਸ ਪ੍ਰਧਾਨ ਮੰਤਰੀ ਦੇ ਕੋਈ ਪੈਰ ਚੰਗੇ ਨਹੀਂ ਪਏ ਸਾਡੇ ਦੇਸ਼ ਲਈ। ਇਹ ਜਿਹੜੇ ਗੱਲ ਨਾਲ ਕਹਿੰਦੇ ਸੀ ਅੱਛੇ ਦਿਨ ਆने वाले, अच्छे दिन आने वाले, कौन से अच्छे दिन आए हैं? ये सब लोग सड़कों पे बिठा दिए। ये अच्छे दिन आए ने प्रधानमंत्री दे। अच्छा, उस तो बाद जान बुझ के सर्जिकल स्ट्राइकां करवाइयां ने, सारी आर्मी ਨੂੰ ਮਗਰ ਲਾਇਆ ਹੋਇਆ, ਲੋਕਾਂ ਦੇ ਜਵਾਨ ਪੁੱਤ ਮਰਵਾਏ ਨੇ ਜੀ ਵੀ ਮੈਂ ਬੜੀ ਜ਼ਿਆਦਾ ਇਹਨਾਂ ਦੀ ਹੈਲਪ ਕਰ ਰਿਹਾ। ਉਸ ਤੋਂ ਬਾਅਦ ਨੋਟਬੰਦੀ ਕਰਵਾ ਦਿੱਤੀ ਹੈ। ਸਾਰੀ ਦੁਨੀਆ ਜਿਹੜੀ ਹੈ ਉਹ ਰੁਲ ਗਈ ਹੈ ਸੜਕਾਂ ਦੇ ਉੱਪਰ। ਕਿਸੇ ਦੀ ਭੈਣ ਦਾ ਵਿਆਹ, ਕਿਸੇ ਦੀ ਧੀ ਦਾ ਵਿਆਹ, ਕਿਸੇ ਦੇ ਕੋਈ ਕੰਮ, ਲੋਕੀ ਅਟੈਕ ਹੋ ਕੇ ਮਰ ਗਏ ਨੇ। ਇਹ ਅੱਛੇ ਦਿਨ ਆਏ ਨੇ। ਫਿਰ GST ਲਗਾ ਦਿੱਤੀ ਆ, ਉਹਦੇ ਨਾਲ ਕਿੰਨੀ ਮਹਿੰਗਾਈ ਵਧੀ ਆ, ਵਪਾਰੀ ਵਰਗ ਜਿਹੜਾ ਉਹ ਖਤਮ ਹੋਇਆ। ਇਸ ਤਰ੍ਹਾਂ ਕਰਕੇ ਜੋ ਵੀ ਸਾਹਮਣੇ ਆ ਰਿਹਾ। ਫਿਰ ਜੰਮੂ ਦੇ ਵਿੱਚ ਜਦੋਂ 370 ਬੰਦ ਕਰਾਈ ਆ, ਠੀਕ ਹੈ, ਤੁਸੀਂ ਕਿਸੇ ਕਾਨੂੰਨ ਨੂੰ ਲਾਗੂ ਕਰਨਾ ਹੈ। ਇਹ ਤੇ ਨਹੀਂ ਆ ਕਿ ਰਾਤ ਨੂੰ ਸੁੱਤੇ ਲੋਕ ਨੇ ਤੇ ਤੁਸੀਂ ਇੱਕਦਮ ਉਹਨਾਂ ਨੂੰ ਜਿਹੜੀ ਜੇਲ੍ਹ ਟਾਈਪ ਬੰਦ ਕਰ ਦਿੱਤਾ ਔਰ 6-6 ਮਹੀਨੇ ਉਹਨਾਂ ਨੂੰ ਬੰਦ ਰੱਖ ਦਿੱਤਾ। ਹੁਣ ਜੋ ਅਸੀਂ ਸੁਣ ਰਹੇ ਹਾਂ, ਇੱਕ ਤਾਂ ਇਹ ਕਿਸਾਨਾਂ ਦਾ ਹੋ ਗਿਆ, ਅੱਗੋਂ ਤੋਂ ਸਾਨੂੰ ਬਹੁਤ ਕੁਝ ਪਤਾ ਲੱਗ ਰਿਹਾ। ਮੋਦੀ ਸਰਕਾਰ ਪੰਜਾਬੀ ਭਾਸ਼ਾ ਦੇ ਪਿੱਛੇ ਪੈ ਗਏ ਨੇ ਕਿ ਪੰਜਾਬੀ ਬੰਦ ਕਰਾਉਣੀ ਆ। ਫਿਰ ਅਸੀਂ ਇਹ ਵੀ ਸੁਣ ਰਹੇ ਹਾਂ ਕਿ ਪੰਜਾਬ ਦੇ ਕੁਝ ਇਲਾਕੇ ਜਿਹੜੇ ਜੰਮੂ ਦੇ ਨਾਲ ਲੱਗਦੇ ਨੇ, ਉਹ ਜੰਮੂ ਨਾਲ ਜ਼ਿਲ੍ਹੇ ਜੋੜ ਦਿੱਤੇ ਜਾਣਗੇ, ਤੇ ਇਦਾਂ ਚੁੱਕ ਕੇ ਕੁਝ ਫਿਰ ਹਰਿਆਣੇ ਨਾਲ ਤੇ ਰਾਜਸਥਾਨ ਨਾਲ ਜੋੜ ਦੇਣਗੇ। ਕੀ ਮੋਦੀ ਦੀ ਜ਼ਰੂਰਤ ਕੀ ਆ ਕਿ ਪੰਜਾਬ ਨੂੰ ਖਤਮ ਕਰਕੇ ਦਿਖਾਏਗਾ? ਜੇ ਅੱਜ ਇਹ ਕਿਸਾਨਾਂ ਦਾ ਧਰਨਾ ਲੱਗਾ, ਇਹ ਵੀ ਮੰਗ ਪੂਰੀ ਕਰਵਾ ਕੇ ਜਾਵਾਂਗੇ। ਅੱਗੋਂ ਤੋਂ ਕੋਈ ਪੰਗਾ ਵੀ ਜੇ ਮੋਦੀ ਸਾਹਿਬ ਨੇ ਪੰਜਾਬ ਦੇ ਨਾਲ ਲਿਆ ਤਾਂ ਸਾਡੇ ਕਿਸਾਨ, ਸਾਡਾ ਪੰਜਾਬ ਇਸੇ ਤਰ੍ਹਾਂ ਜਾਗੇਗਾ। ਅਸੀਂ ਸਾਰੇ ਦੇਸ਼ ਦੇ ਕਿਸਾਨਾਂ ਦੇ ਧੰਨਵਾਦੀ ਹਾਂ, ਜਿਹੜੇ ਹਰਿਆਣਾ ਤੋਂ, ਰਾਜਸਥਾਨ ਤੋਂ, ਬਿਹਾਰ ਤੋਂ, ਮੱਧ ਪ੍ਰਦੇਸ਼ ਤੋਂ ਸਾਰੇ ਕਿਸਾਨ ਭਰਾ ਜਿਹੜੇ ਨੇ ਉਹ ਸਾਡੇ ਕਿਸਾਨ ਭਰਾਵਾਂ ਦਾ ਸਾਥ ਦੇ ਰਹੇ ਨੇ, ਸਾਡੇ ਨਾਲ ਜੁੜੇ ਹੋਏ ਨੇ। ਤੇ ਹੋਰ ਆਪ ਜੀ ਦਾ ਸਵਾਲ ਜੀ। ਮੈਮ, ਤੁਸੀਂ ਜਿੱਦਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਹੋ, ਤੇ ਸਾਡੇ ਜਿਹੜਾ ਇੰਡੀਆ ਦਾ ਜਾਂ ਸਾਡੇ ਚਲੋ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਵੀ ਸਾਨੂੰ ਕਮੀਆਂ ਨਜ਼ਰ ਆਉਂਦੀਆਂ ਨੇ ਕਿ ਸਾਡੀ ਜਿਹੜੀ ਐਜੂਕੇਸ਼ਨ ਹੈ ਉਸ ਲੈਵਲ ਦੀ ਨਹੀਂ ਹੁੰਦੀ। ਕਿਉਂਕਿ ਜਿਹੜੀ ਅਸੀਂ ਐਜੂਕੇਸ਼ਨ ਇੱਥੇ ਲੈਂਦੇ ਆ ਉਹ ਸਾਡੀ ਬਾਹਰ ਜਾ ਕੇ ਵੈਲਿਡ ਨਹੀਂ ਮੰਨਦੇ ਹੈਗੇ, ਕਿਉਂਕਿ ਸਾਨੂੰ ਦੁਬਾਰਾ ਉੱਥੇ ਪੜ੍ਹਾਈ ਕਰਨੀ ਪੈਂਦੀ ਆ, ਹੈ ਨਾ। ਸੋ ਐਜੂਕੇਸ਼ਨ ਚਲੋ ਕਿਸੇ ਨਾ ਕਿਸੇ ਲੈਵਲ ਤੱਕ ਠੀਕ ਆ, ਬੱਚੇ ਪੜ੍ਹ ਲੈਂਦੇ ਨੇ, ਪਰ ਅੱਗੇ ਉਹਨਾਂ ਦੇ ਕੋਲ ਨੌਕਰੀਆਂ ਹੀ ਨਹੀਂ ਹੈਗੀਆਂ। ਬਸ ਇਹੀ ਤਾਂ ਘਾਟਾ ਨੇ। ਜੇ ਇਹ ਪ੍ਰਧਾਨ ਮੰਤਰੀ ਹੈ ਜਾਂ ਕੋਈ ਮੁੱਖ ਮੰਤਰੀ ਹੈ ਤਾਂ ਉਹ ਬਣਦੇ ਨੇ ਸਾਡੇ ਯੂਥ ਦੇ ਲਈ। ਸਰਕਾਰ ਕੋਈ ਵੀ ਹੋਵੇ, ਕਿਸੇ ਦੀ ਵੀ ਆਵੇ, ਸਭ ਤੋਂ ਪਹਿਲਾਂ ਸੋਚਣਾ ਹੁੰਦਾ ਨੌਜਵਾਨਾਂ ਲਈ। ਜੇ ਨੌਜਵਾਨ ਗੁੰਮਰਾਹ ਹੋ ਜਾਂਦੇ ਨੇ ਤਾਂ ਸਾਡਾ ਦੇਸ਼ ਡੁੱਬ ਜਾਏਗਾ। ਤੇ ਜੇ ਨੌਜਵਾਨਾਂ ਨੂੰ ਨੌਕਰੀਆਂ ਹੀ ਨਹੀਂ, ਕੋਈ IT ਸੈਕਟਰ ਹੀ ਨਹੀਂ ਆ ਕਿਤੇ ਵੀ ਕੁਛ, ਤੇ ਜੇ ਪ੍ਰਾਈਵੇਟ ਜੌਬਸ ਨੇ ਬਹੁਤ ਘੱਟ ਪੈਸਿਆਂ 'ਚ ਨੇ ਜਿਹਦੇ ਨਾਲ ਗੁਜ਼ਾਰਾ ਹੀ ਨਹੀਂ ਹੋ ਰਿਹਾ, ਤੇ ਸਾਡਾ ਐਜੂਕੇਸ਼ਨ ਸਿਸਟਮ ਕੀ ਹੈ? ਹੁਣ ਬੱਚੇ ਇੱਥੇ ਪੜ੍ਹਾਈ ਨਹੀਂ ਕਰ ਰਹੇ ਜ਼ਿਆਦਾ,
ਇਹੋ ਹੀ ਇੱਕ ਕਾਰਨ ਹੈ ਕਿ ਦੇਸ਼ ਤੋਂ ਦੁਖੀ ਹੋ ਕੇ ਸਾਡੇ ਨੌਜਵਾਨਾਂ ਨੇ ਬਗਾਵਤ ਕਰ ਦਿੱਤੀ ਹੈ। ਜਿਹੜਾ ਬੱਚਾ ਵੀ +2 ਕਰ ਰਿਹਾ, ਜਿਹਦੇ ਵੀ ਮਾਪਿਆਂ ਕੋ ਥੋੜੀ ਜਿਹੀ ਵੀ ਜਾਇਦਾਦ, ਕੋਈ ਪੈਸਾ ਉਹਨਾਂ ਨੂੰ ਭੇਜਣ ਨੂੰ ਹੈਗਾ, ਚਾਹੇ ਕੋਈ ਜ਼ਮੀਨ ਵੇਚਦਾ, ਚਾਹੇ ਕੋਈ ਮਕਾਨ ਵੇਚਦਾ, ਚਾਹੇ ਕੋਈ ਜਾਇਦਾਦ ਵੇਚਦਾ, ਉਹੀ ਆਪਣੇ ਬੱਚੇ ਨੂੰ ਬਾਹਰ ਸੁਰੱਖਿਅਤ ਵੇਖਣਾ ਚਾਹੁੰਦਾ। ਇੱਕ ਤਾਂ ਜੌਬ ਪੱਖੋਂ ਵੀ, ਇੱਕ ਸੇਫਟੀ ਪੱਖੋਂ ਵੀ। ਸਾਡੇ ਦੇਸ਼ ਵਿੱਚ ਧੀਆਂ ਅਨਸੇਫ ਨੇ। ਕੀ ਕੁਝ ਹੋ ਰਿਹਾ, ਕੋਈ ਕਾਨੂੰਨ ਨਹੀਂ। 12-12 ਸਾਲ ਲੋਕ ਧੀ ਦੇ ਬਲਾਤਕਾਰ ਹੋਏ ਦਾ ਕਚਹਿਰੀਆਂ 'ਚ ਰੁਲ ਕੇ ਮਾਪੇ ਕੇਸ ਲੜਦੇ ਨੇ, ਜਦੋਂ ਸਾਰੀ ਦੁਨੀਆ ਨੂੰ ਪਤਾ ਹੁੰਦਾ ਹੈ ਕਿ ਇਹ ਜੋ ਹੋਇਆ ਇਹ ਗਲਤ ਹੋਇਆ। ਇਸ ਕਰਕੇ ਇਹ ਸਾਡੇ ਨੇਤਾ ਜਿਹੜੇ ਨੇ ਇਹ ਠੀਕ ਤਰ੍ਹਾਂ ਨਹੀਂ ਚੱਲ ਰਹੇ। ਇਹਨਾਂ ਨੂੰ ਕੁਝ ਸਮਝਣਾ ਚਾਹੀਦਾ, ਧੀਆਂ ਦੀ ਸੁਰੱਖਿਆ ਵੱਲ ਵੇਖਣਾ ਚਾਹੀਦਾ। ਕਿਉਂ ਸਾਡਾ ਦੇਸ਼ ਖਾਲੀ ਹੋ ਰਿਹਾ, ਕਿਉਂ ਸਾਡੇ ਬੱਚੇ ਬਾਹਰ ਆ ਰਹੇ ਨੇ, ਇਹਨਾਂ ਨੂੰ ਕੋਈ ਜਾਗ੍ਰਿਤੀ ਹੈ। ਫਿਰ ਜਿਹੜੇ ਪਹਿਲਾਂ ਸੀ ਪ੍ਰਧਾਨ ਮੰਤਰੀ, ਉਹ ਤਾਂ ਕੁਝ ਵੀ ਸੋਚਦੇ ਜਾਂ ਸੋਚਿਆ ਜਾਂ ਕੁਛ, ਪਰ ਜਿਹੜੀ ਅੱਗ ਹੁਣ 5-6 ਸਾਲਾਂ 'ਚ ਲੱਗ ਗਈ ਹੈ ਨਾ ਸਾਰੇ ਦੇਸ਼ 'ਚ, ਇਹ ਤਾਂ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਜਲਦੀ ਬੁਝਾਵੇ। ਜਾਣੀ ਕਿ ਮੋਦੀ ਨੂੰ ਤਾਂ ਜਲਦੀ ਹੋਈ ਕੁਰਸੀ ਤੋਂ ਖਤਮ ਕਰੇ ਪ੍ਰਮਾਤਮਾ, ਤਾਂ ਸ਼ਾਇਦ ਅਸੀਂ ਕੋਈ ਆਸ ਕਰੀਏ। ਇੱਕ ਗੱਲ ਪੱਕੀ ਹੈ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਸੈਂਟਰ ਸਰਕਾਰ ਮੁਰਦਾਬਾਦ, ਸੈਂਟਰ ਸਰਕਾਰ ਮੁਰਦਾਬਾਦ। ਤੇ ਮੈਮ ਜਿੱਦਾਂ ਹੁਣ ਅਸੀਂ ਐਜੂਕੇਸ਼ਨ ਸਿਸਟਮ ਦੀ ਗੱਲ ਕਰ ਰਹੇ ਸੀ, ਤੁਸੀਂ ਇਹ ਵੀ ਕਿਹਾ ਕਿ ਸਰਕਾਰਾਂ ਅਸੀਂ ਚੁਣਦੇ ਹਾਂ। ਸਰਕਾਰਾਂ ਚੁਣਨ ਦੇ ਵਿੱਚ ਜਿਹੜਾ ਆ ਉਸ ਆਮ ਜਨਤਾ ਦਾ ਬਹੁਤ ਵੱਡਾ ਯੋਗਦਾਨ ਹੈ। ਕਿ ਇਹੀ ਕਹਿ ਲਓ ਕਿ ਆਮ ਜਨਤਾ ਹੀ ਤਾਂ ਸਰਕਾਰਾਂ ਨੂੰ ਖੜਾ ਕਰਦੀ ਆ, ਹੈ ਨਾ। ਅਤੇ ਆਮ ਜਨਤਾ ਨੂੰ ਇਸ ਤਰੀਕੇ ਦੇ ਨਾਲ ਭੜਕਾਇਆ ਜਾਂਦਾ ਆ, ਉਹਨਾਂ ਦਾ ਜਿਹੜਾ ਦਿਮਾਗ ਆ ਉਹ ਭਟਕਾਇਆ ਜਾਂਦਾ, ਕਿਸੇ ਹੋਰ ਪਾਸੇ ਲਾਇਆ ਜਾਂਦਾ ਆ। ਤੇ ਸਰਕਾਰਾਂ ਜਦੋਂ ਚੁਣ ਲਈਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਵੀ ਆਮ ਜਨਤਾ ਹੀ ਦੁਖੀ ਹੁੰਦੀ ਹੈ। ਇੱਥੇ ਹੁਣ ਉਹੀ ਗੱਲ ਦੁਬਾਰਾ ਆਊਗੀ ਐਜੂਕੇਸ਼ਨ ਸਿਸਟਮ ਦੇ ਘਟੀਆ ਹੋਣ ਦੀ। ਐਜੂਕੇਸ਼ਨ ਸਿਸਟਮ ਨੂੰ ਘਟੀਆ ਕੌਣ ਕਰ ਰਿਹਾ? ਸਰਕਾਰਾਂ। ਕਿਉਂ? ਲੋਕ ਬੱਚੇ ਪੜ੍ਹ ਲਿਖ ਜਾਣਗੇ, ਜਾਗਰੂਕ ਹੋ ਜਾਣਗੇ, ਸੋਚ ਸਮਝ ਕੇ ਵੋਟ ਪਾਉਣਗੇ। ਪਰ ਇਹਨਾਂ ਨੇ ਇਸ ਤਰ੍ਹਾਂ ਦਾ ਸਿਸਟਮ ਬਣਾ ਲਿਆ, ਸਾਡੇ ਕੋਲ ਬਹੁ ਗਿਣਤੀ ਦੁਨੀਆ ਜਿਹੜੀ ਬਹੁਤੀ ਵੋਟ ਹੈ ਉਹ ਪਿੰਡਾਂ ਦੀ ਹੈ। ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਐਜੂਕੇਟਡ ਲੋਕ ਨਹੀਂ ਆ, ਜਿਹੜੇ ਨਿੱਕੀ ਨਿੱਕੀ ਚੀਜ਼ ਤੇ ਭਰਮ ਜਾਂਦੇ ਨੇ, ਉਹਨਾਂ ਨੂੰ ਲਾਲਚ ਦੇ ਕੇ ਜਿਹੜੀਆਂ ਵਾ ਉਹ ਵੋਟਾਂ ਲਈਆਂ ਜਾਂਦੀਆਂ। ਤੇ ਨੌਜਵਾਨ ਪੀੜ੍ਹੀ ਨੂੰ ਸਿੱਖਿਅਤ ਨਾ ਹੋਣ ਦੇਣ ਦਾ ਇੱਕ ਕਾਰਨ ਆ ਕਿ ਇਹਨਾਂ ਦੀ ਵੋਟ ਬੈਂਕ ਬਣੀ ਰਵੇ, ਇਹ ਨਸ਼ਿਆਂ 'ਚ ਗਰਕ ਹੋਣ, ਬੇਰੁਜ਼ਗਾਰ ਹੋਣ, ਇਹ ਸਾਡੇ ਪਿੱਛੇ ਜਿਹੜੇ ਆ ਉਹ ਲੱਗੇ ਰਹਿਣ ਛੋਟੇ ਛੋਟੇ ਲਾਲਚ ਲਈ। ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਚੰਗੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ। ਤੇ ਸਾਡੇ ਨਾਲ ਹੋਰ ਵੀ ਇੱਥੇ ਜਿਹੜੀਆਂ ਨੇ ਬੀਬੀਆਂ ਨੇ, ਮਾਤਾਵਾਂ ਨੇ, ਭੈਣਾਂ ਨੇ, ਉਹ ਵੀ ਮੌਜੂਦ ਨੇ। ਸੋ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨਾ ਚਾਹਾਂਗੇ, ਉਹਨਾਂ ਦੇ ਵਿਚਾਰ ਜਾਣਨਾ ਚਾਹਾਂਗੇ ਕਿ ਸਰਕਾਰ ਦਾ ਜਿਹੜਾ ਫੈਸਲਾ ਆ ਉਹ ਅੱਜ ਆਉਣ ਵਾਲਾ ਆ। ਤਾਂ ਸਾਨੂੰ ਜਿਹੜੇ ਪਿਛਲੀਆਂ ਮੀਟਿੰਗਸ ਨੇ ਉਹਨਾਂ ਦੇ ਵਿੱਚ ਇੱਕ ਚੰਗਾ ਰਿਸਪੌਂਸ ਨਹੀਂ ਮਿਲਿਆ ਹੈਗਾ। ਸੋ ਕੀ ਲੱਗਦਾ ਤੁਹਾਨੂੰ ਅੱਜ ਦੀ ਮੀਟਿੰਗ ਦੇ ਬਾਰੇ? ਦੇਖੋ ਜੀ, ਅਸੀਂ ਵੀ ਅੰਮ੍ਰਿਤਸਰ ਤੋਂ ਚੱਲ ਕੇ ਆਏ ਹਾਂ ਆਪਣੇ ਕਿਸਾਨ ਭਰਾਵਾਂ ਦਾ ਸਾਥ ਦੇਣ ਵਿੱਚ, ਤੇ ਇਸੇ ਹੀ ਉਮੀਦ ਵਿੱਚ ਆਏ ਹਾਂ ਕਿ ਅਸੀਂ ਕੋਈ ਚੰਗੀ ਖਬਰ ਲੈ ਕੇ ਜਾਈਏ। ਕਿਉਂਕਿ ਜਦੋਂ ਵੀ ਅਸੀਂ ਉੱਥੋਂ ਤੁਰੇ ਹਾਂ ਅੰਮ੍ਰਿਤਸਰ ਤੋਂ, ਛਾਟੇ ਤੋਂ, ਮੈਂ ਰਾਜਵਿੰਦਰ ਕੌਰ ਹਾਂ ਜੀ, ਐਜ਼ ਏ ਪੰਜਾਬੀ ਰਾਈਟਰ ਮੈਂ ਪੰਜਾਬੀ ਦੀ ਸੇਵਾ ਨਿਭਾ ਰਹੀ ਹਾਂ। ਤੇ ਅਸੀਂ ਇਹੀ ਉਮੀਦ ਲੈ ਕੇ ਤੁਰੇ ਹਾਂ ਤੇ ਇਹੀ ਵਿਸ਼ਵਾਸ ਦਿਵਾ ਕੇ ਜਿਹੜੇ ਸਾਡੇ ਉੱਥੇ ਭੈਣ ਭਰਾ ਨੇ ਕਿ ਅਸੀਂ ਕੋਈ ਚੰਗੀ ਖਬਰ ਲੈ ਕੇ ਆਵਾਂਗੇ। ਪਰ ਜਿਸ ਤਰ੍ਹਾਂ ਅਸੀਂ ਇੱਥੇ ਕਾਫਲਾ ਦੇਖ ਰਹੇ ਹਾਂ, ਲੋਕਾਂ ਦਾ ਜਨੂਨ ਦੇਖ ਰਹੇ ਹਾਂ ਤੇ ਸਰਕਾਰ ਦੀਆਂ ਕੂਟਨੀਤੀਆਂ ਦੇਖ ਰਹੇ ਹਾਂ, ਕਿ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਹਜੇ ਕੋਈ ਚੰਗੀ ਖਬਰ ਜਿਹੜੀ ਹੈ ਕੱਲ ਨੂੰ ਮਿਲੇਗੀ। ਡੈਫੀਨੇਟਲੀ ਸ਼ੋਰਲੀ ਅਸੀਂ ਇਸ ਚੀਜ਼ ਸ਼ੋਰ ਨਹੀਂ ਹੈਗੇ, ਕਿਉਂਕਿ ਇਹਨਾਂ ਨੇ ਪਹਿਲਾਂ ਵੀ ਮੀਟਿੰਗ ਬਿਠਾਈ ਔਰ ਫਿਰ ਇਹਨਾਂ ਨੇ ਮੋਦੀ ਸਾਹਿਬ ਆਪ ਤੇ ਵੈਕਸੀਨ ਬਣਾਉਣ ਨਿਕਲ ਗਏ, ਕਿਉਂਕਿ ਇੰਨੇ ਚਿਰ ਦਾ ਤੇ ਉਹਨਾਂ ਨੂੰ ਵੈਕਸੀਨ ਦਾ ਖਿਆਲ ਨਹੀਂ ਆਇਆ, ਕਿਉਂਕਿ ਇੰਨੇ ਚਿਰ ਤੋਂ ਆਪਾਂ ਕਰੋਨਾ ਦੇ ਨਾਲ ਜੂਝਦੇ ਪਏ ਆ। ਤੇ ਹੁਣ ਉਹਨਾਂ ਦੇ ਜਿਹੜੇ ਵਿਕਾਊ ਮੀਡੀਆ ਨੇ, ਜਿਹੜੇ ਉਹਨਾਂ ਦੇ ਆਪਣੇ ਚੈਨਲਸ ਨੇ, ਉਹਨਾਂ ਤੇ ਕਹਿ ਮੋਦੀ ਸਾਹਿਬ ਖੁਸ਼ਖਬਰੀ ਲੈਣ ਗਏ ਨੇ ਤੇ ਵੈਕਸੀਨ ਜਿਹੜੀ ਆ ਥੋੜੇ ਦਿਨਾਂ ਵਿੱਚ ਬਣ ਜਾਏਗੀ, ਕਿਉਂਕਿ ਪਬਲਿਕ ਦਾ ਜਿਹੜਾ ਧਿਆਨ ਹੈ ਸਾਰਾ ਉੱਧਰ ਡਾਈਵਰਟ ਕਰ ਦਿੱਤਾ ਗਿਆ ਕਿ ਮੋਦੀ ਸਾਹਿਬ ਖੁਸ਼ਖਬਰੀ ਲੈ ਕੇ ਆਣਗੇ। ਤੇ ਹੁਣ ਸਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਇਹੀ ਹੈ, ਕਿਉਂਕਿ ਸਾਡੇ ਪਹਿਲਾਂ ਮਾਈਂਡ ਦੇ ਵਿੱਚ ਪੈਨਿਕ ਕਰ ਦਿੱਤਾ ਗਿਆ। ਇਹ ਅੰਦੋਲਨ ਜਿਹੜਾ ਚੱਲ ਰਿਹਾ ਹੈ, ਇੱਕ ਲਹਿਰ ਜਿਹੜੀ ਚੱਲ ਰਹੀ ਹੈ, ਇੱਕ ਜਿਹੜਾ ਦਰਿਆ ਜਿਹੜਾ ਲਹਿਰ ਦਾ ਜਿਹੜਾ ਇਹ ਵਿਆਹ ਹੋਇਆ ਹੈ, ਤੇ ਜਿਹਦੇ ਅਸੀਂ ਵੀ ਥੋੜਾ ਜਿਹਾ ਕਹਿੰਦੇ ਕਿ ਚੁੱਲੀ ਪਰ ਸਾਥ ਦੇਣ ਜਾਂ ਅਸੀਂ ਇਹਨਾਂ ਨੂੰ ਆਪਣਾ ਸਹਿਯੋਗ ਦੇਣ ਵਾਸਤੇ ਇੱਥੇ ਪਹੁੰਚੇ ਆ। ਸਾਨੂੰ ਉਮੀਦ ਤਾਂ ਹੈ ਗਈ ਆ, ਪਰ ਸਾਨੂੰ ਸ਼ੋਰ ਨਹੀਂ ਹੈਗਾ ਕਿ ਕੱਲ ਸਾਨੂੰ ਕੋਈ ਚੰਗੀ ਖਬਰ ਮਿਲੇਗੀ। ਇਹ ਸਰਕਾਰ ਦੀਆਂ ਕੂਟਨੀਤੀਆਂ, ਕਿਉਂਕਿ ਪੰਜਾਬ ਵਿੱਚ ਵੀ ਤੁਸੀਂ ਜਾਣਦੇ ਹੋ ਕਿ 2 ਮਹੀਨੇ ਤੋਂ ਲਗਾਤਾਰ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ, ਜਦੋਂ ਹੁਣ ਅਸੀਂ ਆਏ ਆ ਮੈਂ ਇੱਕ ਗੱਲ ਇੱਥੇ ਕਹਿਣੀ ਚਾਹਾਂਗੀ ਕਿਸਾਨਾਂ ਦੇ ਫੇਵਰ ਦੇ ਵਿੱਚ, ਕਿ ਕਿਸਾਨ ਅੰਦੋਲਨ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਟੋਲ ਪਲਾਜ਼ਾ ਨੇ ਉਹ ਫ੍ਰੀ ਕਰ ਦਿੱਤੇ ਨੇ, ਠੀਕ ਹੈ ਜੀ। ਤੇ ਜੇ ਹਰੇਕ ਦੇਸ਼ ਦਾ ਜਿਹੜਾ ਇਨਸਾਨ ਆ, ਜਿੰਨਾ ਉਹਨਾਂ ਨੇ ਟੋਲ ਪਲਾਜ਼ਾ ਦਾ ਖਰਚਾ ਬਚਾਇਆ ਹੈ, ਜੇ ਉਹ ਸਾਡੇ ਕਿਸਾਨਾਂ ਦੇ ਹਿੱਸੇ ਆਪਣਾ ਦਸਵੰਧ ਕੱਢ ਕੇ ਇਹਨਾਂ ਦੀ ਝੋਲੀ ਪਾਉਂਦੇ ਨੇ, ਤੇ ਕਿਸਾਨਾਂ ਦਾ ਹੋਰ ਵੀ ਹੌਸਲਾ ਅਫਜ਼ਾਈ ਹੋਏਗੀ। ਇਹਨਾਂ ਨੂੰ ਲੱਗੇ ਹਾਂ ਅਸੀਂ ਕਿੰਨੇ ਟੋਲ ਪਲਾਜ਼ਾ ਭਰਦੇ ਆ, ਆਪਾਂ ਸਾਰੇ ਜਾਣਦੇ ਆ
ਹੁਣ ਅਸੀਂ ਜਦੋਂ ਉੱਥੋਂ ਤੁਰੇ ਆ ਪੰਜਾਬ ਤੋਂ ਬਾਹਰ, ਚਲੋ ਪੰਜਾਬ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਕਿ ਟੋਲ ਪਲਾਜ਼ਾ ਆਲਰੇਡੀ ਬੰਦ ਨੇ ਹਨਾ। ਪੰਜਾਬ ਤੋਂ ਬਾਹਰ ਵੀ ਜਿਹੜੇ ਆ ਸਾਡਾ ਕੋਈ ਵੀ ਟੋਲ ਪਲਾਜ਼ਾ ਨਹੀਂ ਲੱਗਾ ਪੂਰੇ ਇੰਡੀਆ ਦੇ ਵਿੱਚ, ਔਰ ਕਿਹਨਾਂ ਦੀ ਬਦੌਲਤ? ਕਿਸਾਨਾਂ ਦੀ ਬਦੌਲਤ। ਸੈਕਿੰਡ, ਸਾਨੂੰ ਇਹ ਜਿਹੜਾ ਯੋਗਦਾਨ ਹੈ ਕਿਸਾਨਾਂ ਦਾ ਸਾਨੂੰ ਭੁੱਲਣਾ ਨਹੀਂ ਚਾਹੀਦਾ। ਸਾਡਾ ਅੰਨਦਾਤਾ ਹੈ ਕਿਸਾਨ, ਸਾਡਾ ਪਿਓ ਆ, ਠੀਕ ਹੈ ਜੀ। ਇਹ ਧਰਤੀ ਦੀ ਹਿੱਕ ਚੀਰ ਕੇ ਜਦੋਂ ਉਹਦੇ ਵਿੱਚੋਂ ਫਸਲ ਪੈਦਾ ਕਰਦਾ ਹੈ ਆਪਣਾ ਖੂਨ ਪਸੀਨਾ ਇੱਕ ਕਰਕੇ, ਸਾਨੂੰ ਨਹੀਂ ਪਤਾ ਹੁੰਦਾ, ਸਾਨੂੰ ਤਾਂ ਸੁੱਤੇ ਸਿੱਧੀ ਉਹ ਸਾਰਾ ਅਨਾਜ ਮਿਲ ਜਾਂਦਾ ਹੈ। ਲੇਕਿਨ ਜਦੋਂ ਇਹਦੀ ਅੱਜ ਸੜਕਾਂ ਤੇ ਰੁਲ ਰਿਹਾ, ਕਿਹਦੀ ਬਦੌਲਤ? ਇਹ ਸਿਰਫ ਆਪਣੇ ਲਈ ਨਹੀਂ ਬੈਠਾ। ਹੁਣ ਮੈਂ ਆਈ ਆ, ਮੇਰੇ ਵਰਗੀਆਂ ਕਈ ਹੋਰ ਭੈਣਾਂ ਆਈਆਂ ਨੇ, ਮੇਰੀ ਕੋਈ ਜ਼ਮੀਨ ਜਾਇਦਾਦ ਨਹੀਂ ਆ, ਮੈਂ ਸ਼ਹਿਰੀ ਤਬਕੇ ਦੇ ਵਿੱਚੋਂ ਆ, ਠੀਕ ਹੈ ਜੀ। ਮੈਂ ਕਿਹਦੇ ਲਈ ਆਈ ਆ? ਮੈਂ ਆਪਣੇ ਭਰਾਵਾਂ ਦੇ ਲਈ ਆਈ ਆ, ਮੈਂ ਕਿਸਾਨ ਵੀਰਾਂ ਦੇ ਲਈ ਆਈ ਆ, ਇਹਨਾਂ ਦੇ ਸਹਿਯੋਗ ਦੇ ਲਈ ਆਈ ਆ। ਮੇਰੀ ਆਪਣੀ ਕੋਈ ਜ਼ਮੀਨ ਨਹੀਂ ਆ, ਔਰ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕੋਈ ਕੱਲ ਸਾਨੂੰ ਜਿਹੜਾ ਵਾ ਸ਼ੋਰਲੀ ਕੋਈ ਫੈਸਲਾ ਦੇਵੇਗੀ। ਸੋ ਸਾਰਿਆਂ ਦਾ ਕਹਿਣਾ ਇਹੀ ਹੈ ਕਿ ਜਿਹੜਾ ਅਨਾਜ ਹੈ ਉਹ ਕਿਸਾਨ ਦੇ ਖੇਤਾਂ ਵਿੱਚੋਂ ਆਉਣਾ ਆ, ਤੇ ਅਨਾਜ ਉਹ ਜ਼ਰੂਰੀ ਨਹੀਂ ਹੈ ਕਿ ਇਕੱਲਾ ਕਿਸਾਨ ਨੂੰ ਹੀ ਚਾਹੀਦਾ ਆ, ਕਿਉਂਕਿ ਢਿੱਡ ਸਾਰਿਆਂ ਨੂੰ ਲੱਗਿਆ, ਜਿੱਦਾਂ ਮੈਂ ਅੱਗੇ ਵੀ ਕਹਿੰਦੀ ਆ ਕਿ ਸਾਰਿਆਂ ਨੂੰ ਅਨਾਜ ਦੀ ਲੋੜ ਹੈ। ਸੋ ਕਿਸਾਨ ਆਪਣੇ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ ਤੇ ਅੱਜ ਸਰਕਾਰਾਂ ਦੇ ਫੈਸਲੇ ਦਾ ਇੰਤਜ਼ਾਰ ਹੈ ਸਭ ਨੂੰ।